ਸਤਿ ਸ਼੍ਰੀ ਅਕਾਲ। ਔਨ 에ਅਰ ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ। ਸੋ ਕੁਝ ਹੀ ਮਿੰਟਾਂ ਦਾ ਸਮਾਂ ਬਾਕੀ ਹੈ ਕਿ ਅਸੀਂ 2020 ਨੂੰ ਅਲਵਿਦਾ ਆਖਦੇ ਹੋਏ ਸਾਲ 2021 ਨੂੰ ਜੀ ਆਇਆਂ ਆਖਾਂਗੇ। ਪਰ ਇਸ ਵਾਰ ਨਵੇਂ ਸਾਲ ਦੀਆਂ ਇਹ ਖੁਸ਼ੀਆਂ ਨਹੀਂ ਲੱਗ ਰਹੀਆਂ, ਕਿਉਂਕਿ ਅੱਜ ਸਾਡਾ ਕਿਸਾਨ ਮਜ਼ਦੂਰ ਜਿਹੜਾ ਹੈ ਆਪਣੇ ਹੱਕਾਂ ਦੇ ਲਈ 2020 ਨੂੰ ਜਿਸ ਤਰੀਕੇ ਦੇ ਨਾਲ, ਜਿਸ ਅੰਦਾਜ਼ ਦੇ ਨਾਲ ਜੀ ਆਇਆਂ ਆਖ ਰਿਹਾ ਇੱਕ ਲੋਕਤੰਤਰਿਕ ਦੇਸ਼ ਦੇ ਵਿੱਚ, ਮੈਨੂੰ ਲੱਗਦਾ ਹੈ ਕਿ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋਵੇਗੀ ਕਿ ਅੱਜ ਲੱਖਾਂ ਲੋਕ ਆਪਣੇ ਪਰਿਵਾਰ ਤੋਂ ਦੂਰ ਨਵੇਂ ਸਾਲ ਦੇ ਉੱਤੇ ਨਵੇਂ ਸਾਲ ਨੂੰ ਜੀ ਆਇਆਂ ਆਖ ਰਹੇ ਨੇ। ਲੁਧਿਆਣੇ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਹੋਣੀ ਸਿੰਘੂ ਬਾਰਡਰ ਪਹੁੰਚੇ ਨੇ ਕਿਸਾਨਾਂ ਦੇ ਨਾਲ ਇਸ ਨਵੇਂ ਸਾਲ ਦੇ ਉੱਤੇ, ਤੇ ਸਲੋਗਨ ਦਿੱਤਾ ਗਿਆ ਹੈ ਕਿ ਜੇ ਕਿਸਾਨ ਮਜ਼ਦੂਰ ਖੁਸ਼ਹਾਲ ਤਾਂ ਹੀ ਇਹ ਨਵਾਂ ਸਾਲ, ਕਿਸਾਨ ਹੈ ਤਾਂ ਜਹਾਨ ਹੈ। ਸਾਡੇ ਨਾਲ ਸਿਮਰਜੀਤ ਬੈਂਸ ਹੋਣੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਬਹੁਤ ਸਾਰੇ ਲੋਕ ਇੱਥੇ ਆਖ ਰਹੇ ਨੇ ਕਿ ਇਹ ਨਵਾਂ ਸਾਲ ਨਹੀਂ ਹੈ ਸਾਡੇ ਲਈ, ਅਸੀਂ ਅੱਗੇ ਪਾ ਦਿੱਤਾ, ਜਿੱਦਣ ਜਿੱਤਾਂਗੇ ਤਾਂ ਨਵੇਂ ਸਾਲ ਦੀ ਖੁਸ਼ੀ ਮਨਾਵਾਂਗੇ। ਬਿਲਕੁਲ ਦਰੁਸਤ ਹੈਗਾ। ਜੇ ਕਿਸਾਨ ਮਜ਼ਦੂਰ ਖੁਸ਼ਹਾਲ ਤਾਂ ਹੀ ਮਨਾਵਾਂਗੇ ਨਵਾਂ ਸਾਲ। ਇਹ ਕੋਈ ਨਵਾਂ ਸਾਲ ਨਹੀਂ ਹੈਗਾ, ਇਹ ਤਾਂ ਸਾਡੀ ਬਦਕਿਸਮਤੀ ਆ ਕਿ ਸਾਰਾ ਦੇਸ਼ ਅੱਜ ਮਾਈਨਸ ਟੈਂਪਰੇਚਰ ਦੇ ਉੱਤੇ ਕੜਕਦੀ ਸਰਦੀ ਦੇ ਵਿੱਚ ਬੱਚੇ, ਬਜ਼ੁਰਗ, ਔਰਤਾਂ ਸੜਕਾਂ ਦੇ ਉੱਤੇ। ਲਾਹਨਤ ਹੈ ਜੀ ਸਰਕਾਰ ਦੇ, ਲਾਹਨਤ ਹੈ ਜੀ ਪ੍ਰਧਾਨ ਮੰਤਰੀ ਤੇ, ਲਾਹਨਤ ਹੈ ਜੀ ਪਾਰਟੀ ਦੇ ਉੱਤੇ ਜਿਹੜੀ ਲੋਕਤੰਤਰ ਮਤਦਾਨ ਪੇਟੀ ਦੇ ਗਰਭ ਚੋਂ ਪੈਦਾ ਹੋ ਕੇ ਆਪਣੇ ਆਪ ਨੂੰ ਤਾਨਾਸ਼ਾਹੀ ਸਮਝ ਰਹੀ ਹੈ, ਡਿਕਟੇਟਰ ਸਮਝ ਰਹੀ ਹੈ। ਇਹ ਮੁਲਕ ਕਿਸੇ ਦੇ ਬਾਪ ਦਾ ਨਹੀਂ, ਇਹ ਮੁਲਕ ਅੰਨਦਾਤੇ ਦਾ, ਇਹ ਮੁਲਕ ਭਾਰਤੀ ਰਹਿਣ ਵਾਲੇ ਲੋਕਾਂ ਦਾ, ਵੋਟਾਂ ਲੈ ਕੇ ਜਿੱਤਣ ਵਾਲੇ ਲੋਕਾਂ ਦਾ ਨਹੀਂ। ਸੋ ਇਹ ਕਾਲਾ ਕਾਨੂੰਨ ਸਰਕਾਰ ਨੂੰ ਹਰ ਹਾਲਤ ਦੇ ਵਿੱਚ ਵਾਪਸ ਲੈਣਾ ਪਏਗਾ, ਰੱਦ ਕਰਨਾ ਪਏਗਾ। ਇਹ ਦੇਸ਼ ਦੇ ਅੰਨਦਾਤੇ ਦੀ ਨਹੀਂ, ਹੁਣ ਇਹ ਸਮੁੱਚੇ ਭਾਰਤ ਦੀ ਨਹੀਂ, ਇਹ ਪੂਰੀ ਦੁਨੀਆ 'ਚ ਵਸਦੇ ਲੋਕਾਂ ਦਾ, ਜਿਹੜੇ ਜਿਸਮਾਨੀ ਤੌਰ ਤੇ ਇਸ ਅੰਦੋਲਨ ਦੇ ਵਿੱਚ ਨਹੀਂ ਆ ਸਕੇ ਕਿਸੇ ਮਜਬੂਰੀ ਕਾਰਨ। ਉਹਨਾਂ ਦਾ ਦਿਲ ਤੇ ਮਨ ਇਸ ਅੰਦੋਲਨ ਦੇ ਨਾਲ ਜੁੜਿਆ ਹੋਇਆ। ਮਨੁੱਖੀ ਅਧਿਕਾਰਾਂ ਦੇ ਕਾਰਕੁਨ ਪੂਰੀ ਦੁਨੀਆ ਦੇ ਵਿੱਚ, ਹਿਊਮਨ ਰਾਈਟਸ, ਫੰਡਾਮੈਂਟਲ ਰਾਈਟਸ, ਉਹ ਦੇਖਦੇ ਆ ਵੀ ਇਹ ਹਾਲਤ ਕੀ ਹੋ ਰਹੀ ਆ। ਬਿਹਾਰ ਦੇ ਵਿੱਚ ਕਿਸਾਨ ਸੜਕਾਂ ਤੇ ਆਇਆ, ਉਹਨੂੰ ਰੋਕਣ ਵਾਸਤੇ ਉੱਤੇ ਲਾਠੀ ਚਾਰਜ ਕਰਦੇ ਹੋ। ਦੂਸਰੀਆਂ ਸਟੇਟਾਂ, ਆਂਧਰ ਪ੍ਰਦੇਸ਼ ਆ, ਦੂਸਰੀਆਂ ਸਟੇਟਾਂ, ਉੱਥੋਂ ਦੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਦੇ ਹੋ। ਕੈਸਾ ਲੋਕਤੰਤਰ ਆ ਇਹ? ਮੋਦੀ ਦੀ ਸਰਕਾਰ, ਮੋਦੀ ਦੀ ਪਾਰਟੀ ਲੋਕਤੰਤਰ ਦੇ ਨਾਮ ਦੇ ਉੱਤੇ ਡੈਮੋਕ੍ਰੇਸੀ ਦਾ ਮਰਡਰ ਕਰਨ ਤੇ ਤੁਲੀ ਹੈ। ਸੋ ਗੁਰੂ ਕਿਰਪਾ ਕਰੇ, ਅਸੀਂ ਇਹ ਸਾਲ ਮਨਾਉਣ ਵਾਸਤੇ ਨਹੀਂ, ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਵੀ ਗੁਰੂ ਸਾਹਿਬ ਕਿਰਪਾ ਕਰਿਓ, ਅੰਦੋਲਨਕਾਰੀਆਂ ਦੇ ਹੌਸਲੇ ਬੁਲੰਦ ਰੱਖਿਓ, ਮਨੋਬਲ ਤਕੜਾ ਉੱਚਾ ਰੱਖਿਓ। ਅਰੇ ਅੰਦੋਲਨ ਦੀ ਸਫਲਤਾ ਦੀ ਅਰਦਾਸ 12 ਵਜੇ ਤੋਂ ਬਾਅਦ ਗੁਰੂ ਦੇ ਚਰਨਾਂ 'ਚ ਕਰਕੇ ਫਿਰ ਸਮਾਪਤੀ ਕਰਾਂਗੇ। ਤੁਸੀਂ ਆਏ ਹੋ, ਵਿਧਾਇਕ 117 ਨੇ ਪੰਜਾਬ ਦੇ ਵਿੱਚ, 2-3 ਜੰਤਰ ਮੰਤਰ ਬੈਠੇ ਹੋਏ ਨੇ। ਤੁਹਾਨੂੰ ਲੱਗਦਾ ਸੀ ਕਿ ਇਹ ਮੌਕਾ, ਕਿਉਂਕਿ ਇਹ ਲੋਕ ਪਰਿਵਾਰਾਂ ਤੋਂ ਦੂਰ ਬੈਠੇ ਨੇ, ਇਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਦੇ ਨਾਲ ਹੀ ਤੁਸੀਂ ਵਿਧਾਇਕ ਬਣੇ ਹੋ ਜਾਂ ਫਿਰ ਹੋਰ ਵਿਧਾਇਕ ਬਣੇ ਨੇ, ਸੋ ਇਹ ਸਮਾਂ ਜਿਹੜਾ ਸੀ ਇਹਨਾਂ ਲੋਕਾਂ ਨੂੰ ਅਹਿਸਾਸ ਕਰਵਾਉਣ ਵਾਲਾ ਸੀ ਕਿ ਤੁਸੀਂ ਘਬਰਾਓ ਨਾ, ਅਸੀਂ ਤੁਹਾਡੇ ਨਾਲ ਆ, ਪਿੱਛੇ ਖੜੇ ਹਾਂ। ਦੋਸਤ, ਅਸਲ ਦੇ ਵਿੱਚ ਚੋਰ ਨੂੰ ਆਪਣਾ ਪਾਲਾ, ਚੋਰ ਨੂੰ ਆਪਣਾ ਪਾਲਾ। ਜੇ ਮੇਰੇ 'ਚ ਕੋਈ ਖੋਟ ਹੋਊਗੀ ਮੈਂ ਕਿੱਦਾਂ ਇਹਨਾਂ 'ਚ ਆ ਜਾਊਂਗਾ? ਮੈਨੂੰ ਡਰ ਲੱਗੂਗਾ, ਇਹਨਾਂ ਦੇ ਪਰਛਾਵੇਂ ਤੋਂ ਵੀ ਡਰ ਲੱਗੂਗਾ ਮੈਨੂੰ ਤਾਂ, ਵੀ ਕਿਤੇ ਮੇਰਾ ਗੁੱਟ ਫੜ ਕੇ ਮੈਨੂੰ ਨਾ ਪੁੱਛ ਲੈਣ ਵੀ ਤੂੰ ਕੱਲ ਕੀ ਸੀ ਤੇ ਅੱਜ ਕੀ ਹੈ। ਉਹਨਾਂ ਨੂੰ ਆਪਣਾ ਪਾਲਾ ਮਾਰਦਾ। ਤੁਹਾਨੂੰ ਯਾਦ ਹੋਊਗਾ, ਅਸੀਂ ਜੂਨ ਮਹੀਨੇ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬਹੁਤ ਗਿਣਤੀ ਲੋਕਾਂ ਨੂੰ, ਇੱਥੋਂ ਤੱਕ ਕਿ ਵੱਡੀ ਪੱਧਰ ਤੇ ਮੀਡੀਆ ਦੇ ਇੱਕ ਵਰਗ ਨੂੰ ਵੀ ਨਹੀਂ ਪਤਾ ਸੀ ਖੇਤੀ ਸੁਧਾਰ ਆਰਡੀਨੈਂਸਾਂ ਦਾ ਭਵਿੱਖ ਦੇ ਵਿੱਚ ਕਿਸਾਨੀ ਤੇ ਖੇਤੀਬਾੜੀ ਦੇ ਉੱਤੇ ਮਾੜਾ ਜਾਂ ਚੰਗਾ ਪ੍ਰਭਾਵ ਪੈਣਾ ਕੀ ਹੈ। ਅਸੀਂ 300 ਕਿਲੋਮੀਟਰ ਦੀ ਲੰਬੀ ਯਾਤਰਾ, ਅਕਾਲ ਤਖਤ ਸਾਹਿਬ ਅਰਦਾਸ ਬੇਨਤੀ, ਜਲਿਆਂਵਾਲੇ ਬਾਗ ਦੀ ਮਿੱਟੀ ਨੂੰ ਨਤਮਸਤਕ ਹੋ ਕੇ ਚੰਡੀਗੜ੍ਹ ਤੱਕ 5 ਦਿਨ ਭਰ ਗਰਮੀ ਦੇ ਵਿੱਚ ਸੜਕਾਂ ਦੇ ਉੱਤੇ 10 ਲੱਖ ਤੋਂ ਵੱਧ ਪੈਂਫਲੇਟ ਵੰਡਿਆ, ਲੋਕਾਂ ਨੂੰ ਜਾਗਰੂਕ ਕੀਤਾ, ਯਤਨ ਕੀਤਾ ਵੀ ਉੱਠੋ, ਇਹ ਡੈਥ ਵਾਰੰਟ ਆ, ਇਹ ਕਿਸਾਨ ਨੂੰ ਬੇਜ਼ਮੀਨਾ ਕਰਨ ਦੀ ਵਿਉਂਤਬੰਦੀ ਹੈਗੀ ਆ, ਇਹ ਸੀਕ੍ਰੇਟ ਰਸਤਾ ਹੈਗਾ, ਇਹ ਤੂਤਾਂ ਵਾਲਾ ਖੂਹ ਨਾਵਲ ਦੀ ਫੋਟੋ ਸਟੇਟ ਕਾਪੀ ਆ। ਕੱਲ ਕੀ ਕਰਕੇ? ਕੱਲ ਕਹਿੰਦੇ ਜੀ 2 ਅਸੀਂ ਬਿਜਲੀ ਤੇ ਪਰਾਲੀ। ਉਹ ਜਦੋਂ ਕਿਸਾਨ ਬੇਜ਼ਮੀਨਾ ਹੋ ਗਿਆ, ਬਿਜਲੀ ਕੀ ਕਰਨੀ ਆ ਅਸੀਂ? ਜਦੋਂ ਕਿਸਾਨ ਬੇਜ਼ਮੀਨਾ ਹੋ ਗਿਆ ਤੇ ਪਰਾਲੀ
ਅੱਗ ਕੌਣ ਲਾਊਗਾ? ਜ਼ਮੀਨ ਤਾਂ ਕਾਰਪੋਰੇਟ ਕੋਲੇ ਚਲੇ ਜਾਣੀ ਆ। ਸਾਡੀ ਮੰਗ ਪਹਿਲਾਂ ਬਿਜਲੀ ਤੇ ਪਰਾਲੀ ਦੀ ਨਹੀਂ, ਇਹ 3 ਕਾਲੇ ਕਾਨੂੰਨ ਜਿਹੜੇ ਕਿਸਾਨ ਨੂੰ ਬੇਜ਼ਮੀਨਾ ਬਣਾ ਕੇ ਕਾਰਪੋਰੇਟ ਦਾ ਖੇਤੀ ਨੌਕਰ ਬਣਾਉਣ ਵਾਸਤੇ ਲੈ ਕੇ ਆਈ ਆ ਮੋਦੀ ਦੀ ਸਰਕਾਰ, ਉਹ ਰੱਦ ਕਰਾਉਣ ਦੀ ਲੜਾਈ ਹੈਗੀ ਆ। ਹੁਣ ਤਾਂ ਬੱਚਾ ਜਾਣਦਾ ਅੰਦੋਲਨ ਦੇ ਅੰਦਰ, ਪੂਰਾ ਬੱਚਾ ਜਾਣਦਾ ਵੀ ਇਹ ਸਰਕਾਰ ਦੇ ਲੋਲੀਪੌਪ, ਇਹਨਾਂ ਲੋਲੀਪੌਪਾਂ 'ਤੇ ਨਹੀਂ ਆਉਣਾ। ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਜਿਹੜੀਆਂ ਸੈਕੰਡਰੀ ਡਿਮਾਂਡਸ ਹੈਗੀਆਂ ਨੇ ਸਾਡੀਆਂ, ਚਾਹੇ ਪਰਾਲੀ ਚਾਹੇ ਉਹ ਬਿਜਲੀ ਰੈਗੂਲੇਟਰੀ ਕਮਿਸ਼ਨ, ਉਹ ਸੈਕੰਡਰੀ ਹੈਗੀਆਂ ਨੇ। ਸਾਡੀ ਪ੍ਰਾਇਮਰੀ ਡਿਮਾਂਡ ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਇਹ ਅੰਦੋਲਨ ਗੁਰੂ ਕਿਰਪਾ ਕਰੇ, ਅੰਦੋਲਨਕਾਰੀ ਲੋਕਾਂ ਨੂੰ ਵਾਹਿਗੁਰੂ ਸ਼ਕਤੀ ਦੇਵੇ, ਇਹ ਅੰਦੋਲਨ ਜਿੱਤ ਕੇ ਅਸੀਂ ਫਿਰ ਘਰਾਂ ਨੂੰ ਜਾਵਾਂਗੇ। ਇਹ ਵਿਚਾਰ ਕਿਵੇਂ ਆਇਆ ਸੀ ਕਿ ਇੱਥੇ ਆਉਣਾ 31 ਤਰੀਕ ਦੀ ਰਾਤ ਨੂੰ? ਹਾਲਾਂਕਿ ਪਹਿਲਾਂ ਵੀ ਆਇਆ। ਬੜਾ ਮਨ ਦੁੱਖ ਅਫਸੋਸ ਆ। ਮੈਂ ਇਹ ਕਹੂੰਗਾ 26 ਤਰੀਕ ਨੂੰ ਅੰਦੋਲਨ ਸ਼ੁਰੂ ਹੋਇਆ ਸੀ, 26 ਨੂੰ ਚਾਲੇ ਪਾਏ ਸੀ। ਉਦਣ ਵੀ ਅਸੀਂ 2 ਦਿਨ ਪਹਿਲੇ 26, 27, 28 ਨੂੰ ਵਾਪਸ ਗਏ ਸੀ। ਫਿਰ ਵਿਚਲੇ 2-3 ਦਿਨ ਸਰੀਰ ਉੱਥੇ ਚਲਿਆ ਜਾਂਦਾ, ਪਰ ਆਤਮਾ ਇੱਥੇ ਰਹਿੰਦੀ ਹੈ, ਮਨ ਇੱਥੇ ਰਹਿੰਦਾ। ਅਫਸੋਸ ਆ, ਮੈਂ ਫੇਰ ਕਹੂੰਗਾ ਦੁਰਫਟੇ ਮੂੰਹ ਐਸੀ ਸਰਕਾਰ ਦੇ ਜਿਹਦੇ 3.5 ਪੌਣੇ 4 ਸਾਲ ਰਹਿੰਦੇ ਆ। ਲੋਕ ਦਿਖਾ ਦੇਣਗੇ ਸ਼ੀਸ਼ਾ ਮੋਦੀ ਨੂੰ, ਉਹ ਮੋਦੀ ਜਿਹੜਾ 370 GST, ਨੋਟਬੰਦੀ, 3 ਤਲਾਕ, NRC, ਉਹਨੇ ਇਹ ਸੋਚ ਲਿਆ ਵੀ 135 ਕਰੋੜ ਲੋਕ ਨਹੀਂ, ਇਹ ਭੇਡਾਂ ਬੱਕਰੀਆਂ। ਮੇਰੇ ਕੋਲੇ ਡੈਮੋਕ੍ਰੇਸੀ ਦੀ ਡਾਂਗ ਬਣ ਗਈ, ਉਹ ਮੇਰੇ ਹੱਥ 'ਚ ਆ। ਇਹ ਭੇਡਾਂ ਬੱਕਰੀਆਂ ਜਿੱਧਰ ਨੂੰ ਮਰਜੀ ਮੈਂ ਧੱਕਦਾ ਤੁਰਿਆ ਫਿਰਾਂ। ਇਹ ਅੰਨਦਾਤੇ ਦੇ ਨਾਲ ਪੰਗਾ। ਇਹ ਕਹੂੰਗਾ ਬੜੇਮਿਆਂ ਦੇ ਭੁਲੇਖੇ ਰੂਹ ਨੂੰ ਮੂੰਹ ਵੱਜ ਗਿਆ। ਹੁਣ ਸੰਘਾਸਨ ਹਿਲਦਾ, ਹੁਣ ਪੈਰਾਂ ਥੱਲੇ ਮਿੱਟੀ ਨਿਕਲ ਰਹੀ ਆ। ਤੁਹਾਨੂੰ ਯਾਦ ਹੈ ਮੋਦੀ ਐਂਡ ਕੰਪਨੀ ਕਹਿੰਦੀ ਸੀ ਇਸ ਕਾਨੂੰਨ ਦੇ ਵਿੱਚ, ਬਿਹਾਰ ਇਲੈਕਸ਼ਨ 'ਚ ਮੋਦੀ ਸਾਹਿਬ ਖੁਦ ਸਪੀਚ ਕਰਕੇ ਆਏ, ਕਹਿੰਦੇ ਨਾ 370 ਤੇ ਨਾ ਖੇਤੀ ਸੁਧਾਰ ਕਾਨੂੰਨ, ਇੱਕ ਵੀ ਸ਼ਬਦ ਦੀ ਅਮੈਂਡਮੈਂਟ ਨਹੀਂ ਹੋਣੀ, ਸੋਧ ਨਹੀਂ ਹੋਣੀ। ਅੱਜ ਕੀ ਕਹਿੰਦੇ ਆ? ਕਹਿੰਦੇ ਡੱਬਾ ਰਹਿਣ ਦਿਓ, ਸਰਲੇਖ ਰਹਿਣ ਦਿਓ, ਸਰਲੇਖ ਛੱਡ ਦਿਓ, ਨਾਮ ਛੱਡ ਦਿਓ, ਬਾਕੀ ਜੋ ਮਰਜ਼ੀ ਬਦਲੀ ਕਰਾ ਲਓ ਇਹਦੇ 'ਚ। ਇਹ ਉਹੀ ਮੋਦੀ ਆ ਨਾ। ਚੰਦ ਦਿਨ ਹੋਰ ਰੁਕ ਜਾਓ, ਇਹ ਗੋਡਿਆਂ ਭਰਨੇ ਨਾਲ ਸਰਕਾਰ ਆ ਗਈ ਤਾਂ ਮੈਨੂੰ ਫੜ ਲਿਓ ਤੁਸੀਂ। ਸੋ ਜਿਸ ਤਰੀਕੇ ਦੇ ਨਾਲ ਹੁਣ ਕੱਲ ਦੀ ਮੀਟਿੰਗ ਹੋਈ, ਸਰਕਾਰ ਨਰਮ ਪੈਂਦੀ ਨਜ਼ਰ ਆ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਜਿੱਤ ਹੁਣ ਨੇੜੇ, ਅੱਜ ਅਰਦਾਸ ਵੀ ਹੋਣੀ ਹੈ ਜਿੱਤ ਦੀ? ਗੁਰੂ ਸਾਹਿਬ ਕਿਰਪਾ ਕਰਨ ਦੋਸਤ, ਜਿਸ ਤਨ ਲਾਗੇ ਸੋਈ ਜਾਣੇ। ਰਜਾਈਆਂ ਦੇ ਵਿੱਚ ਬੈਠਿਆਂ ਨੂੰ ਵੀ ਠੰਡ ਲੱਗਦੀ ਆ, ਕਮਰਿਆਂ ਦੇ ਵਿੱਚ ਹੀਟਰ ਲੱਗੇ ਹੋਏ ਆ। ਇਹ ਅੰਦੋਲਨਕਾਰੀ ਲੋਕ ਕੜਕਦੀ ਠੰਡ ਦੇ ਵਿੱਚ, ਬਜ਼ੁਰਗ, ਮਾਤਾਵਾਂ, ਬੱਚੇ, ਇਹ ਕੀ ਆ? ਇਹ ਡੈਮੋਕ੍ਰੇਸੀ? ਮੇਰਾ ਖਿਆਲ ਇਹਦੇ ਨਾਲ ਤਾਂ ਡਿਕਟੇਟਰਸ਼ਿਪ, ਰਾਜਾ ਵੀ ਕੋਈ ਨਿਰਦਈ ਨਹੀਂ ਹੋ ਸਕਦਾ ਜਿਹੜਾ ਡਿਕਟੇਟਰ ਹੁੰਦਾ। ਜਿੰਨਾ ਲੋਕਤੰਤਰਕ ਪ੍ਰਕਿਰਿਆ ਦੇ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਵਾਸਤੇ ਤੇ ਲੋਕਾਂ ਲਈ ਇਹ ਕਰ ਕੀ ਰਹੀ ਹੈ। ਤੇ ਇਸ ਕਰਕੇ ਇਹ ਅੰਦੋਲਨ ਸਫਲ ਹੋਊਗਾ। ਮੋਦੀ ਸਰਕਾਰ ਨੂੰ ਇਹ ਕਾਲਾ ਕਾਨੂੰਨ ਰੱਦ ਕਰਨਾ ਪੈਣਾ। ਸੋ ਲੋਕ ਇਨਸਾਫ ਪਾਰਟੀ ਜੇਕਰ ਇਹ ਅੰਦੋਲਨ ਅੱਗੇ ਚੱਲਦਾ ਹੈ ਤਾਂ ਨਾਲ ਖੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ। ਤਾਂ ਦੇਖੋ, ਕਿਸਾਨ ਤੇ ਖੇਤੀਬਾੜੀ ਇਹ ਸਾਡੀ ਇਕਨੋਮੀ ਹੈ। ਸਾਡੀ ਸਟੇਟ ਕੋਲੇ ਹੈ ਕੀ ਹੈ? ਇਕਨੋਮੀ ਬੇਸਡ ਔਨ ਐਗਰੀਕਲਚਰ। ਜੇ ਐਗਰੀਕਲਚਰ ਨਾ ਰਿਹਾ ਤੇ ਸਾਡੀ ਇਕਨੋਮੀ ਖਤਮ ਆ, ਸਮਝ ਲਓ ਪੰਜਾਬ ਖਤਮ ਹੈ। ਸੋ ਇਹ ਸਾਡੀ ਸਾਰਿਆਂ ਦੀ, ਕੱਲੀ ਕਿਸਾਨ ਮਜ਼ਦੂਰ ਦੀ ਨਹੀਂ, ਇਹ ਪੰਜਾਬ ਦੇ ਹਰ ਵਰਗ ਦੀ। ਜੇ ਕਿਸਾਨ ਤੇ ਮਜ਼ਦੂਰ ਕੋਲੇ ਕੈਸ਼ ਆ, ਵਪਾਰ ਤਾਂ ਹੀ ਚੱਲਣਾ। ਸੋਨਾ, ਚਾਂਦੀ, ਗਹਿਣਾ, ਗੱਟਾ, ਕੱਪੜਾ, ਲੀੜਾ, ਸਕੂਟਰ, ਮੋਟਰਸਾਈਕਲ, ਕਾਰਾਂ, ਇਹ ਤਾਂ ਹੀ ਵਿਕਣੇ ਆ ਜੇ ਕਿਸਾਨ ਖੁਸ਼ਹਾਲ ਆ। ਸੋ ਅਸੀਂ ਆਪਣੀ ਇਕਨੋਮੀ ਨੂੰ ਬਚਾਉਣ ਵਾਸਤੇ ਹਰ ਹਾਲ ਦੇ ਵਿੱਚ ਜੋ ਅੰਦੋਲਨਕਾਰੀ ਸੰਘਰਸ਼ ਕਮੇਟੀ ਹੁਕਮ ਕਰਦੀ ਆ, ਅਸੀਂ ਕੋਈ ਪ੍ਰੋਗਰਾਮ ਨਹੀਂ ਦਿੰਦੇ। ਅਸੀਂ ਉਹਨਾਂ ਦੇ ਪ੍ਰੋਗਰਾਮ ਨੂੰ ਸੈਕੰਡ ਐਂਡ ਅਸੀਂ ਇਹ ਵੀ ਨਹੀਂ ਹੈਗਾ ਵੀ ਉਹਨਾਂ ਦੀ ਕਿਸੇ ਗੱਲ ਨੂੰ ਅਸੀਂ ਕੋਈ ਕਦੇ ਕਿੰਤੂ ਪ੍ਰੰਤੂ ਕੀਤਾ। ਬੜੀ ਵਾਈਜ਼ਲੀ ਸੂਝਵਾਨਤਾ ਦੇ ਨਾਲ ਇਸ ਅੰਦੋਲਨ ਨੂੰ ਚਲਾ ਰਹੇ। ਤੁਹਾਨੂੰ ਲੱਗਦਾ ਹੈ ਕਿ ਅੰਦੋਲਨ ਲੋਕਾਂ ਦੇ ਹੱਥਾਂ ਦੇ ਵਿੱਚ, ਇਹ ਲੋਕ ਜਿਹੜੇ ਨੇ ਆਪਣੇ ਆਪ ਲੀਡਰ ਨੇ ਇਸ ਅੰਦੋਲਨ ਦੇ ਵਿੱਚ? ਅੱਜ ਜਿਸ ਤਰੀਕੇ ਦੇ ਨਾਲ ਲੱਖੋਵਾਲ ਹੋਣਾ ਦਾ ਸਟੇਜ ਤੋਂ ਵਿਰੋਧ ਹੁੰਦਾ, ਇਹ ਆਪਣੇ ਆਪ ਦੇ ਵਿੱਚ
ਦੱਸਦਾ ਹੈ ਕਿ ਭਾਈ ਤੁਸੀਂ ਹੁਣ ਸਾਡੇ ਤੇ ਕੁਝ ਥੋਪ ਨਹੀਂ ਸਕਦੇ, ਆਪਣੇ ਫੈਸਲੇ ਅਸੀਂ ਆਪ ਕਰਾਂਗੇ। ਜੇਕਰ ਕੋਈ ਕਿਸਾਨ ਆਗੂ ਥਿੜਕਦਾ ਹੈ ਤਾਂ ਅਸੀਂ ਥਿੜਕਣ ਨਹੀਂ ਦੇਵਾਂਗੇ। ਆਵਾਜ਼ੇ ਖਲਕ ਨਗਾੜਾ ਹੈ ਖੁਦਾ, ਇਹ ਖਲਕ ਇਕੱਠਾ ਹੋ ਗਿਆ। ਜਿੱਥੇ ਖਲਕ ਇਕੱਠਾ ਹੋ ਜਵੇ, ਆਵਾਮ ਤੇ ਖਲਕ ਦੀ ਆਵਾਜ਼ ਖੁਦਾ ਦੀ ਆਵਾਜ਼ ਬਣ ਜਾਂਦੀ ਹੈ। ਤੇ ਹੁਣ ਖਲਕ ਖੁਦਾ ਦੀ ਆਵਾਜ਼, ਖਲਕ ਤੋਂ ਉੱਤੇ ਲੱਖੋਵਾਲ ਕੋਈ ਦੂਜਾ ਤੀਜਾ ਚੌਥਾ ਲੀਡਰ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਸਰਕਾਰਾਂ ਦਾ ਕੋਈ ਉੱਚ ਅਹੁਦੇ ਤੇ ਬੈਠਾ ਥੋੜੇ ਸਮੇਂ ਲਈ ਆਪਣੇ ਆਪ ਨੂੰ ਹੰਕਾਰ 'ਚ ਰੱਖ ਸਕਦਾ, ਪਰ ਅਲਟੀਮੇਟਲੀ ਇਹ ਜਿਹੜੀ ਖਲਕ ਹੈ, ਖੁਦਾ ਦੀ ਆਵਾਜ਼ ਆ, ਇਹਦੀ ਆਵਾਜ਼ ਜਿਹੜੀ ਉਹ ਮੰਨਣੀ ਤੇ ਸੁਣ ਕੇ ਮੰਨਣੀ ਪੈਣੀ ਹੈ। ਬਿਲਕੁਲ ਮੰਨਣੀ ਪੈਣੀ ਹੈ। ਤੇ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ ਸਾਡੇ ਨਾਲ। ਤੁਸੀਂ ਦੇਖੋ ਕੀਰਤਨ ਦਰਬਾਰ ਚੱਲ ਰਿਹਾ ਹੈ। ਆ ਨਵਾਂ ਸਾਲ ਭਾਵੇਂ ਖੁਸ਼ੀ ਦੇ ਨਾਲ ਨਹੀਂ, ਪਰ ਅਰਦਾਸ ਜਿਹੜੀ ਹੈ ਇੱਥੇ 12 ਵਜੇ ਜਿਹੜੀ ਇਹ ਕੀਤੀ ਜਾਵੇਗੀ, ਜਿਸ ਦੇ ਵਿੱਚ ਜਿੱਤ ਦੀ ਅਰਦਾਸ ਹੋਵੇਗੀ ਕਿ ਖੇਤੀ ਆਰਡੀਨੈਂਸ ਕਾਨੂੰਨ ਰੱਦ ਹੋਣ, ਕਿਸਾਨਾਂ ਦੀ ਝੋਲੀ ਜਿੱਤ ਪਵੇ। ਸੋ ਇਹ ਪ੍ਰੋਗਰਾਮ ਅੱਜ ਬੈਂਸ ਭਰਾਵਾਂ ਵੱਲੋਂ ਸਿੰਘੂ ਬਾਰਡਰ ਤੇ ਕਰਾਇਆ ਜਾ ਰਿਹਾ ਹੈ। ਕੀਰਤਨ ਦਰਬਾਰ ਚੱਲ ਰਿਹਾ ਹੈ। ਨਵੇਂ ਸਾਲ ਦੇ ਉੱਤੇ ਅਰਦਾਸ ਹੋਵੇਗੀ ਤੇ ਅਰਦਾਸ ਹੋਵੇਗੀ ਜਿੱਤ ਦੀ, ਕਿ ਇਸ ਅੰਦੋਲਨ 'ਚ ਸ਼ਾਮਲ ਲੋਕਾਂ ਨੂੰ ਜਿੱਤ ਮਿਲੇ, ਮੋਦੀ ਸਰਕਾਰ ਝੁਕੇ ਤੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰੇ। ਸਹਿਯੋਗੀ ਕੁਲਦੀਪ ਦੇ ਨਾਲ ਮੈਂ ਸੁਖ ਸੋਹਲ, ਔਨ 에ਅਰ ਟੀਵੀ।